ਪਾਕਿਸਤਾਨ ਦੇ ਮੈਦਾਨੀ ਇਲਾਕਿਆਂ ਵਿੱਚੋਂ ਸ਼ਮਾਲ ਵੱਲ ਕੋ ਹਿੰਦੂ ਕੁਸ਼ ਦੇ ਨੀਚੇ ਸੋਹਣੇ ਇਲਾਕਿਆਂ ਵਿੱਚੋਂ ਇੱਕ ਇਲਾਕਾ ਚਤਰਾਲ। ਉੱਥੇ ਉੱਚੇ ਪਹਾੜਾਂ ਦੀ ਚੋਟੀਆਂ ਆਸਮਾਨ ਨੂੰ ਲੱਗਦੀਆਂ ਨਜ਼ਰ ਆਉਂਦੀਆਂ ਨੇ। ਇਹਦੀ ਡੂੰਘੀਆਂ ਵਾਦੀਆਂ ਵਿੱਚੋਂ ਕੈਲਾਸ਼ ਦੇ ਆਜ਼ਾਦ ਕਬੀਲੇ ਵੀ ਸ਼ਾਮਿਲ ਨੇ, ਜਿਹੜੇ ਆਪਣੀ ਖਾਸ ਰਹਿਤਾਂ ਤੇ ਰਿਵਾਜਾਂ ਦੀ ਵਜ੍ਹਾ ਤੋਂ ਇੱਕ ਵੱਖਰੀ ਹੈਸੀਅਤ ਰੱਖਦੇ ਨੇ। ਚਤਰਾਲ ਦੇ ਲੋਕ ਮਹਿਮਾਨਾਂ ਦੀ ਖਿਦਮਤ ਕਰਨ ਲਈ ਖੁੱਲੇ ਦਿਲ ਦੇ ਮਾਲਿਕ ਨੇ। ਇਹਨਾਂ ਦਾ ਪਸੰਦੀਦਾ ਖੇਲ ਪੋਲੋ ਹੈ। ਬਹੁਤ ਸਾਰੇ ਪਿੰਡਾਂ ਵਿੱਚ ਪੋਲੋ ਟੀਮਾਂ ਨੇ। ਇੱਥੇ ਦੁਨੀਆ ਦੇ ਬਹੁਤ ਹੀ ਉੱਚੇ ਮੈਦਾਨ ਵਿੱਚ ਪੋਲੋ ਦੇ ਮੁਕਾਬਲੇ ਹੁੰਦੇ ਨੇ। ਰਹਿਣ ਸਹਿਣ ਦੇ ਸਦੀਆਂ ਪੁਰਾਣੇ ਤਰੀਕੇ ਵੀ ਮੌਜੂਦ ਨੇ। ਚਤਰਾਲ ਗੋਲ ਨੈਸ਼ਨਲ ਪਾਰਕ ਵੀ ਇੱਕ ਅਜਿਹੀ ਥਾਂ ਤੇ ਜਿਹਨੂੰ ਪਾਕਿਸਤਾਨ ਦਾ ਇੱਕ ਛੁਪਿਆ ਖਜ਼ਾਨਾ ਵੀ ਕਿਹਾ ਜਾਂਦਾ ਹੈ। ਇਹ ਪਾਰਕ ਰੰਗ ਬਦਲਦੇ ਮੰਜ਼ਰਾਂ, ਸਿੱਧੀਆਂ ਢਲਵਾਨਾਂ, ਖਾਸ ਕਰ ਇੱਕ ਵੱਖਰੀ ਕਿਸਮ ਦੇ ਜਾਨਵਰ ਮਾਰਖੌਰ ਦੀ ਵਜ੍ਹਾ ਤੋਂ ਮਸ਼ਹੂਰ। ਚਤਰਾਲ ਗੋਲ ਨੈਸ਼ਨਲ ਪਾਰਕ ਦੀ ਚਟਾਨਾਂ ਉੱਤੇ ਚੱਲਣ ਵਾਲਾ ਮਾਰਖੌਰ ਚਤਰਾਲ ਗੋਲ ਨੈਸ਼ਨਲ ਪਾਰਕ ਦਾ ਨਾਂ ਪਾਕਿਸਤਾਨ ਦੇ ਬਹੁਤ ਘੱਟ ਲੋਕੀ ਜਾਣਦੇ ਨੇ। ਇਹ ਹਿੰਦੂ ਕੁਸ਼ ਦੇ ਪਹਾੜਾਂ ਵਿੱਚ ਮੌਜੂਦ ਹੈ, ਜਿਹੜੇ ਪਾਕਿਸਤਾਨ ਦੇ ਔਖੇ ਇਲਾਕਿਆਂ ਵਿੱਚੋਂ ਇੱਕ ਹੈ। ਚਤਰਾਲ ਗੋਲ ਨੈਸ਼ਨਲ ਪਾਰਕ 8000 ਹੈਕਟਰ ਤੇ ਫੈਲਿਆ ਹੋਇਆ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਤੇ ਨਹੀਂ, ਪਰ ਘੱਟ ਰਕਬੇ ਦੀ ਬਾਵਜੂਦ ਬੜਾ ਹੀ ਖੂਬਸੂਰਤ ਹੈ। ਇਹਦੀ ਚੋਟੀਆਂ ਤੇ ਖਾਈਆਂ ਵਿੱਚ 3 ਕਿਲੋਮੀਟਰ ਤੱਕ ਫਾਸਲਾ ਹੈ। ਇੱਥੇ ਸਰਦੀਆਂ ਦਾ ਵੇਲਾ ਲੰਬਾ ਤੇ ਠੰਡਾ, ਜਦਕਿ ਗਰਮੀਆਂ ਦਾ ਮੌਸਮ ਗਰਮ ਤੇ ਖੁਸ਼ਕ ਹੁੰਦਾ ਹੈ। ਸਖਤ ਮੌਸਮਾਂ ਤੇ ਉੱਚੇ ਨੀਚੇ ਪਹਾੜਾਂ ਦੇ ਬਾਵਜੂਦ ਇੱਥੇ ਜਾਨਵਰ ਤੇ ਬੂਟੇ ਬੜੀ ਬਹਾਦਰੀ ਨਾਲ ਮੌਸਮ ਦੀਆਂ ਸਖਤੀਆਂ ਦਾ ਮੁਕਾਬਲਾ ਕਰਦੇ ਨੇ। ਉਚਾਈ ਤੇ ਮੌਜੂਦ ਚਟਾਨਾਂ ਦੀ ਮਿੱਟੀ ਘੱਟ ਹੋਣ ਦੇ ਬਾਵਜੂਦ ਦੇਵਦਾਰ ਦੇ ਦਰਖਤ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਹੋਣ ਦੀ ਬਜਾਏ ਚਟਾਨਾਂ ਉੱਤੇ ਫੈਲੀਆਂ ਨਜ਼ਰ ਆਉਂਦੀਆਂ ਨੇ। ਇੱਥੋਂ ਦੇਵਦਾਰ ਦਰਖਤ ਕੋਈ 25 ਮੀਟਰ ਉੱਚਾ ਹੋ ਸਕਦਾ ਹੈ, ਪਰ ਇਸ ਉੱਚੀ ਥਾਂ ਤੱਕ ਪਹੁੰਚਣ ਲਈ ਵੀ ਕਈ 100 ਵਰ੍ਹੇ ਲੱਗ ਸਕਦੇ ਨੇ। ਇਹਨਾਂ ਬੂਟਿਆਂ ਦੀਆਂ ਉਮਰਾਂ 1000 ਵਰ੍ਹਿਆਂ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ। ਚਤਰਾਲ ਗੋਲ ਵਿੱਚ ਪਾਕਿਸਤਾਨ ਦਾ ਕੌਮੀ ਦਰਖਤ ਦੇਵਦਾਰ, ਕੌਮੀ ਫੂਲ ਚੰਬੇਲੀ, ਕੌਮੀ ਪਰਿੰਦਾ ਚਕੋਰ ਤੇ ਕੌਮੀ ਜਾਨਵਰ ਮਾਰਖੌਰ ਮੌਜੂਦ ਨੇ। ਇਸ ਪਾਰਕ ਦੇ ਗੁਮਨਾਮ ਹੀਰੋ ਇਹ ਕੀੜੇ ਮਕੌੜੇ ਨੇ, ਜਿਹੜੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦਿਆਂ ਹੋਇਆਂ ਪਹਾੜ ਲਈ ਬੜੀ ਥੋੜੀ ਜਿਹੀ ਮਿੱਟੀ ਬਣਾ ਪਾਉਂਦੇ ਨੇ। ਪਹਾੜਾਂ ਦੀਆਂ ਬੁਲੰਦੀਆਂ ਤੇ ਵਾਦੀਆਂ ਦੀਆਂ ਗਹਿਰਾਈਆਂ ਤੱਕ ਗਰਮੀਆਂ ਦੇ ਅਖੀਰ ਮਹੀਨਿਆਂ ਦਾ ਮੌਸਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਹਰ ਸ਼ੈ ਸੋਹਣੀ ਤੇ ਚਮਕਦਾਰ ਹੋ ਜਾਂਦੀ। ਪੌਦੇ ਤੇ ਦਰਖਤਾਂ ਦੀਆਂ ਬਹੁਤ ਸਾਰੀਆਂ ਸੋਹਣੀਆਂ ਕਿਸਮਾਂ ਇੱਥੇ ਮੌਜੂਦ ਨੇ, ਜਿਹੜੀਆਂ ਗਰਮੀ ਤੇ ਸਰਦੀ ਨਾਲ ਨਿਭਣ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲੈਂਦੀਆਂ ਨੇ। ਇਸ ਮੌਸਮ ਵਿੱਚ ਬੂਟੇ ਫੁੱਲਾਂ ਨਾਲ ਲੱਦ ਜਾਂਦੇ ਨੇ, ਜਿਨ੍ਹਾਂ ਨੂੰ ਖਾ ਕੇ ਚਤਰਾਲ ਗੋਲ ਦੇ ਪਰਿੰਦੇ ਆਪਣਾ ਢਿੱਡ ਭਰਦੇ ਨੇ। ਚਤਰਾਲ ਗੋਲ ਦਾ ਖੂਬਸੂਰਤ ਮੰਜ਼ਰ ਬਹੁਤ ਸਾਰੀ ਮਖਲੂਕਾਤ ਨੂੰ ਬਹੁਤ ਫਾਇਦਾ ਪਹੁੰਚਾਉਂਦਾ ਹੈ, ਮੁਖਤਲਿਫ ਤਰੀਕਿਆਂ ਨਾਲ।
ਇੱਥੇ ਦੀਆਂ ਸਿੱਧੀਆਂ ਢਲਵਾਨਾਂ ਵਾਲੇ ਪਹਾੜਾਂ ਦੀ ਵਜ੍ਹਾ ਤੋਂ ਗਰਮੀ ਪੈਦਾ ਹੁੰਦੀ ਹੈ। ਗਿਰ ਜੇ ਵੱਡੇ ਪਰਿੰਦੇ ਨੂੰ ਇਸ ਤਰ੍ਹਾਂ ਗਰਮ ਹਵਾ ਵਿੱਚ ਉੱਡਣ ਲਈ ਆਸਾਨੀ ਹੁੰਦੀ ਹੈ ਤੇ ਉਹਨੂੰ ਸ਼ਿਕਾਰ ਕਰਨ ਦਾ ਮੌਕਾ ਜ਼ਿਆਦਾ ਮਿਲਦਾ ਹੈ। ਇੱਥੇ ਸੁਨਹਿਰੀ ਉਕਾਬ ਵੀ ਉੱਚੀਆਂ ਹੱਦਾਂ ਤੱਕ ਜਾਂਦੇ ਨੇ। ਇਹਨੂੰ ਵੀ ਦੂਜੇ ਪਰਿੰਦਿਆਂ ਦੀ ਤਰ੍ਹਾਂ ਸ਼ਿਕਾਰ ਲਈ ਬੜਾ ਪੈਂਡਾ ਮਾਰਨਾ ਪੈਂਦਾ ਹੈ। ਇੱਥੇ ਨਾਇਆਬ ਲਿੰਕਸ ਜਿਹੀਆਂ ਚਲਾਕ ਬਿੱਲੀਆਂ ਨੂੰ ਵੀ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਸਤੇ ਮੀਲਾਂ ਸਫ਼ਰ ਕਰਨਾ ਪੈਂਦਾ ਹੈ ਖੁਰਾਕ ਦੀ ਤਲਾਸ਼ ਵਿੱਚ। ਭੇੜੀਆ ਤੇ ਮੀਲਾਂ ਦਾ ਸਫ਼ਰ ਕਰਨ 'ਚ ਮਸ਼ਹੂਰ ਹੈਗਾ। ਇਸ ਤੋਂ ਇਲਾਵਾ ਔਰ ਆਪਣੇ ਘਰ ਦੀ ਹੱਦਬੰਦੀ ਇੱਕ ਖਾਸ ਬੂਹ ਨਾਲ ਕਰਦਾ ਹੈ ਤਾਂ ਕਿ ਉਹ ਮੁਖਾਲਫ ਭੇੜੀਆਂ ਦੇ ਗੋਲ ਨੂੰ ਉੱਥੋਂ ਦੂਰ ਰੱਖ ਸਕੇ। ਇੰਤਹਾਈ ਸਿੱਧੀਆਂ ਚਟਾਨਾਂ ਸ਼ਿਕਾਰੀ ਜਾਨਵਰਾਂ ਦੀ ਪਹੁੰਚ ਤੋਂ ਬੜੀਆਂ ਦੂਰ ਹੁੰਦੀਆਂ ਨੇ, ਲੇਕਿਨ ਮਾਰਖੌਰ ਵਾਸਤੇ ਇਹ ਮਹਿਫੂਜ਼ ਪਨਾਹਗਾਹਾਂ ਹੁੰਦੀਆਂ ਨੇ। ਲੇਕਿਨ ਅਗਰ ਇਹਦੇ 'ਚ ਗਲਤੀ ਹੋ ਜਾਏ ਤੇ ਮਰਿਆ ਹੋਇਆ ਮਾਰਖੌਰ ਦੂਸਰੇ ਜਾਨਵਰਾਂ ਲਈ ਬੜੀ ਆਸਾਨ ਖੁਰਾਕ ਬਣ ਜਾਂਦਾ ਹੈ। ਕਾਂ ਸਭ ਤੋਂ ਪਹਿਲੇ ਇਹਨੂੰ ਖਾਂਦੇ ਨੇ, ਲੇਕਿਨ ਜਦੋਂ ਗਿੱਧ ਆਉਂਦਾ ਹੈ ਉਹ ਇਸ ਸ਼ਿਕਾਰ ਤੋਂ ਮਹਿਰੂਮ ਹੋ ਜਾਂਦੇ ਨੇ। ਜਿਵੇਂ ਹੀ ਗਰਮੀਆਂ ਚਤਰਾਲ ਗੋਲ ਵਿੱਚ ਖਤਮ ਹੋਣਾ ਸ਼ੁਰੂ ਹੁੰਦੀਆਂ ਨੇ, ਮੌਸਮ ਦੇ ਬਦਲਦੇ ਹੀ ਪਾਰਕ ਦੇ ਸਭ ਤੋਂ ਅਹਿਮ ਜਾਨਵਰ ਮਾਰਖੌਰ ਦੀ ਮੁਸ਼ਕਲਾਤ ਵੀ ਵੱਧ ਜਾਂਦੀਆਂ ਨੇ। ਚਤਰਾਲ ਗੋਲ ਦੀ ਉੱਚੀ ਚੋਟੀਆਂ ਤੋਂ ਮੌਸਮੇ ਖਜ਼ਾਂ ਦੀ ਸਰਦ ਹਵਾਵਾਂ ਵਾਦੀਆਂ ਦਾ ਰੁਖ ਕਰਦੀਆਂ ਨੇ। ਇਹ ਮਾਰਖੌਰ ਨੂੰ ਪੈਗਾਮ ਦਿੰਦੀਆਂ ਨੇ ਕਿ ਉਹ ਉੱਚੀ ਥਾਂ ਤੋਂ ਥੱਲੀ ਜਗ੍ਹਾ ਤੇ ਆ ਜਾਏ ਔਰ ਆਪਣੇ ਆਪ ਨੂੰ ਸਰਦੀਆਂ ਨਾਲ ਨਿਭਣ ਵਾਸਤੇ ਤਿਆਰ ਕਰ ਲਏ। ਮਾਰਖੌਰ ਦੁਨੀਆ ਦਾ ਸਭ ਤੋਂ ਵੱਡਾ ਜੰਗਲੀ ਬੱਕਰਾ ਹੈ। ਨਰ ਮਾਰਖੌਰ ਦਾ ਵਜ਼ਨ 100 ਕਿਲੋਗ੍ਰਾਮ ਤੋਂ ਵੀ ਵੱਧ ਹੋ ਸਕਦਾ ਹੈ, ਪਰ ਇਹਦੇ ਬਲ ਖਾਂਦੇ ਸਿੰਗ 1 ਮੀਟਰ ਤੋਂ ਵੀ ਲੰਬੇ ਹੋ ਸਕਦੇ ਹਨ। ਮਾਦਾ ਮਾਰਖੌਰ ਛੋਟੇ ਕੱਦ ਦੀ ਹੁੰਦੀ ਹੈ। ਸਾਲ ਦੇ ਇਸ ਮੌਸਮ ਵਿੱਚ ਮਾਰਖੌਰ ਹਰ ਵੇਲੇ ਉੱਗਣ ਵਾਲੀਆਂ ਝਾੜੀਆਂ, ਸ਼ਾਹਬਲੂਤ ਦੇ ਦਰਖਤ ਦਾ ਫਲ ਤੇ ਉਹਦੇ ਪੱਤੇ ਖਾਂਦਾ ਰਹਿੰਦਾ ਹੈ। ਜਦਕਿ ਮਾਦਾ ਮਾਰਖੌਰ ਵਜ਼ਨ ਘੱਟ ਹੋਣ ਦੀ ਵਜ੍ਹਾ ਤੋਂ ਆਸਾਨੀ ਨਾਲ ਦਰਖਤਾਂ ਤੇ ਚੜ੍ਹ ਜਾਂਦੀ ਹੈ ਤੇ ਨਵੇਂ ਉੱਗਣ ਵਾਲੇ ਰਸ ਵਾਲੇ ਪੱਤੇ ਖਾਂਦੀ ਹੈ। ਮਾਰਖੌਰ ਆਪਣੇ 2 ਮੂੰਹ ਵਾਲੇ ਖੁਰਾਂ ਦੀ ਵਜ੍ਹਾ ਤੋਂ ਮਜ਼ਬੂਤੀ ਨਾਲ ਜ਼ਮੀਨ ਫੜ ਸਕਦਾ ਹੈ। ਇਹਦੇ ਤਲਵੇ ਨਰਮ ਹੁੰਦੇ ਨੇ, ਜਿਹਦੀ ਵਜ੍ਹਾ ਤੋਂ ਉਹ ਪੱਥਰੀਲੀਆਂ ਢਲਵਾਨਾਂ ਤੇ ਆਸਾਨੀ ਨਾਲ ਚੜ੍ਹ ਸਕਦਾ ਹੈ। ਨਰ ਮਾਰਖੌਰ ਜ਼ਿਆਦਾ ਤਾਕਤਵਰ ਤੇ ਬਹੁਤ ਸਾਰੀ ਖੂਬੀਆਂ ਦਾ ਮਾਲਕ ਹੁੰਦਾ ਹੈ, ਪਰ ਇਹ ਬਹੁਤਾ ਭਾਰੀ ਹੋਣ ਦੀ ਵਜ੍ਹਾ ਤੋਂ ਦਰਖਤ ਤੇ ਨਹੀਂ ਚੜ੍ਹ ਸਕਦਾ। ਇਹਦੀ ਬਜਾਏ ਉਹ ਆਪਣੇ ਭਾਰੀ ਸਿੰਗਾਂ ਨਾਲ ਦਰਖਤ ਨੂੰ ਟੱਕਰ ਮਾਰਦਾ ਹੈ ਤਾਂ ਜੇ ਫਲ ਤੇ ਪੱਤੇ ਝੜ ਜਾਣ। ਇਹ ਕਰਨ ਦੇ ਬਾਅਦ ਉਹ ਚੀਜ਼ਾਂ ਉੱਤੇ ਆਪਣਾ ਹੱਕ ਜਮਾਣਾ ਲਾਜ਼ਮੀ ਸਮਝਦਾ ਹੈ। ਗਰਮੀਆਂ ਖਤਮ ਹੋਣ 'ਤੇ ਉਹ ਆਪਣੀਆਂ ਚਰਾਗਾਹਾਂ ਉੱਤੋਂ ਛੱਡ ਕੇ ਥੱਲੇ ਆ ਜਾਂਦੇ ਨੇ ਔਰ ਇੱਥੇ ਉਹਨਾਂ ਨੂੰ ਆਪਣੀ ਖੁਰਾਕ ਲੱਭਣ ਵਾਸਤੇ 8 ਤੋਂ 12 ਘੰਟੇ ਖਰਚ ਕਰਨੇ ਪੈਂਦੇ ਨੇ, ਲੇਕਿਨ ਉਹਨਾਂ ਨੂੰ ਖੁਰਾਕ ਪਹਾੜਾਂ ਦੀ ਦਰਜਾਂ 'ਚ ਔਰ ਨਾਲਿਆਂ 'ਚ ਲੱਭਦੀ। ਮਾਦਾ ਮਾਰਖੌਰ ਆਪਣੇ ਬੱਚਿਆਂ ਨਾਲ ਕਿਸੇ ਛੋਟੇ ਰੇਵੜ ਵਿੱਚ ਵੜ ਜਾਂਦੀ ਹੈ ਤਾਂ ਜੇ ਉਹ ਦੂਜੇ ਮਾਰਖੌਰ ਵਿੱਚ ਮਹਿਫੂਜ਼ ਰਵੇ। ਇਹਨਾਂ ਲਈ ਖਤਰਾ ਤੇ ਹਰ ਵੇਲੇ ਮੌਜੂਦ ਹੁੰਦਾ ਹੈ।
ਵੱਡੇ ਜਾਨਵਰ ਤੇ ਰਸਤਿਆਂ ਤੋਂ ਵਾਕਿਫ ਹੁੰਦੇ ਨੇ, ਪਰ ਛੋਟੇ ਜਾਨਵਰਾਂ ਨੂੰ ਇਹ ਸਿੱਖਣ ਦੀ ਲੋੜ ਹੈ। ਤੇ ਉਹਨਾਂ ਨੂੰ ਨਾ ਸਿਰਫ ਆਪਣੀ ਜਾਨ ਬਚਾਉਣ ਵਾਸਤੇ ਰਾਹਾਂ ਦਾ ਪਤਾ ਹੋਣਾ ਚਾਹੀਦਾ, ਬਲਕਿ ਇਸ ਖੁਰਾਕ ਦਾ ਵੀ ਪਤਾ ਹੋਣਾ ਚਾਹੀਦਾ ਜਿਹੜੀ ਉਹਨਾਂ ਨੂੰ ਆਮ ਖੁਰਾਕ ਵਿੱਚ ਨਹੀਂ ਮਿਲ ਸਕਦੀ। ਇਹ ਸਭ ਕੁਝ ਪਹਾੜੀ ਨਦੀ ਦੇ ਉਸ ਪਾਰ ਹੈ। ਤੇਜ਼ੀ ਨਾਲ ਵਗਦਾ ਪਾਣੀ ਪੱਥਰਾਂ ਨੂੰ ਤੋੜਦਾ ਹੋਇਆ ਇਹ ਠੰਡਾ ਪਾਣੀ ਮਾਦਨੀ ਨਮਕੀਆਤ ਨੂੰ ਵੱਖਰਾ ਕਰਦਾ ਹੈ। ਮਾਰਖੌਰ ਇਸ ਮਾਦਨੀ ਨਮਕ ਨੂੰ ਬੜੇ ਸ਼ੌਕ ਨਾਲ ਚੱਟਦਾ ਹੈ। ਇਹ ਨਮਕ ਆਉਣ ਵਾਲੇ ਮਹੀਨਿਆਂ ਵਿੱਚ ਮੁਕਾਬਲਾ ਕਰਨ ਦੀ ਤਾਕਤ ਵੀ ਦਿੰਦਾ ਹੈ। ਨਰ ਮਾਰਖੌਰ ਲਈ ਸਭ ਤੋਂ ਔਖਾ ਵੇਲਾ ਦਸੰਬਰ ਦੇ ਪਹਿਲੇ 2 ਹਫ਼ਤੇ ਨੇ। ਨਰ ਮਾਰਖੌਰ ਆਮ ਤੌਰ ਤੇ ਇਕੱਲਾ ਹੀ ਰਹਿੰਦਾ ਹੈ, ਪਰ ਇਹਨਾਂ ਦਿਨਾਂ ਵਿੱਚ ਉਹ ਇੱਕ ਦੂਜੇ ਤੇ ਨਜ਼ਰ ਵੀ ਰੱਖਦੇ ਨੇ। ਇਸ ਦੌਰਾਨ ਇਸ ਕੈਫੀਅਤ 'ਚ ਗੁੱਸਾ ਤੇ ਮੁਕਾਬਲੇ ਦਾ ਰੁਝਾਨ ਵੱਧ ਜਾਂਦਾ ਹੈ। ਕੁਝ ਦਿਨਾਂ ਬਾਅਦ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਕਿਸ ਨਰ ਨੇ ਮਾਦਾ ਮਾਰਖੌਰਾਂ ਦੇ ਨਾਲ ਮਿਲਾਪ ਕਰਨਾ ਹੈ। ਮੁਕਾਬਲੇ ਦਾ ਆਗਾਜ਼ ਹੁੰਦਾ ਹੈ। ਇਹ ਸਿਰਫ ਜਿਸਾਮਤ ਤੇ ਤਾਕਤ ਦਾ ਹੀ ਮੁਕਾਬਲਾ ਨਹੀਂ, ਬਲਕਿ ਜ਼ਮੀਨ ਦੀ ਸਾਖਤ ਔਰ ਖੜੇ ਹੋਣ ਦੀ ਜਗ੍ਹਾ ਜਿੱਤ ਵਿੱਚ ਬਹੁਤ ਵੱਡਾ ਕਿਰਦਾਰ ਅਦਾ ਕਰਦੀ ਹੈ। ਨਤੀਜਾ ਬੜੀ ਅਹਿਮੀਅਤ ਦਾ ਹਾਮਲ ਹੁੰਦਾ ਹੈ। ਮੁਕਾਬਲਾ ਸੂਰਜ ਡੁੱਬਣ ਤੱਕ ਜਾਰੀ ਰਹਿੰਦਾ ਹੈ। ਜਿੱਤਣ ਵਾਲਾ ਮਾਰਖੌਰ 30 ਮਾਦਾ ਦੇ ਨਾਲ ਮਿਲਾਪ ਕਰ ਸਕਦਾ ਹੈ ਔਰ ਹਾਰ ਜਾਣ ਵਾਲੇ ਦਾ ਮੁਸਤਕਬਲ ਗੈਰ ਯਕੀਨੀ ਹੋ ਜਾਂਦਾ ਹੈ। ਜਦੋਂ ਪਹਾੜਾਂ ਤੇ ਬਰਫ਼ ਗਿਰਨਾ ਸ਼ੁਰੂ ਹੁੰਦੀ ਹੈ ਤੇ ਮਾਰਖੌਰ ਦੀ ਜ਼ਿੰਦਗੀ ਹੋਰ ਮੁਸ਼ਕਲ ਹੋ ਜਾਂਦੀ ਹੈ। ਚਤਰਾਲ ਗੋਲ ਨੈਸ਼ਨਲ ਪਾਰਕ 'ਚ ਕਈ ਫੁੱਟ ਬਰਫ਼ ਜੰਮ ਜਾਂਦੀ ਹੈ। ਮਾਰਖੌਰ ਆਪਣੀ ਖਰੀਅਤ 'ਚ ਇਸੇ 'ਚ ਬਿਹਤਰ ਸਮਝਦੇ ਨੇ ਕਿ ਉਹ ਘੱਟ ਬੁਲੰਦੀ ਤੇ ਆ ਜਾਣ, ਜਿੱਥੇ ਉਹਨਾਂ ਨੂੰ ਆਪਣੀ ਭੁੱਖ ਮਿਟਾਉਣ ਵਾਸਤੇ ਸ਼ਾਹ ਬਲੂਤ ਤੇ ਇਨਸਾਰ ਕਰਨਾ ਪੈਂਦਾ ਹੈ। ਖੁਰਾਕ ਲੱਭਣ ਵਾਸਤੇ ਇਹਨਾਂ ਨੂੰ ਖਤਰਨਾਕ ਬਰਫਾਨੀ ਚਟਾਨਾਂ ਤੇ ਲੰਬਾ ਸਫ਼ਰ ਕਰਨਾ ਪੈਂਦਾ ਹੈ। ਮਾਰਖੌਰ ਬਾਕਾਇਦਗੀ ਦੇ ਨਾਲ ਪਾਰਕ ਦੇ ਨਾਲ ਦੀ ਵਾਦੀਆਂ 'ਚ ਖੁਰਾਕ ਲੱਭਣ ਲਈ ਜਾਂਦੇ ਨੇ। ਇਹੀ ਉਹ ਵੇਲਾ ਹੈ ਜਦੋਂ ਚਤਰਾਲ ਗੋਲ ਨੈਸ਼ਨਲ ਪਾਰਕ ਦੇ ਆਲੇ ਦੁਆਲੇ ਰਹਿਣ ਵਾਲੇ ਜੰਗਲੀ ਹਯਾਤ ਤੇ ਇਨਸਾਨਾਂ ਨੂੰ ਸਖਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਚਿਤਰਾਲੀ ਲੋਕ ਬੜੇ ਹਿੰਮਤ ਵਾਲੇ ਨੇ, ਲੇਕਿਨ ਜਦੋਂ ਜ਼ਿਆਦਾ ਬਰਫ਼ਬਾਰੀ ਹੁੰਦੀ ਏ ਤੇ ਉਹਨਾਂ ਦਾ ਰਾਬਤਾ ਦੂਸਰੀ ਦੁਨੀਆ ਤੋਂ ਕੱਟ ਜਾਂਦਾ ਹੈ। ਸਖਤ ਸਰਦੀ 'ਚ ਈਂਧਨ ਦੀ ਕਮੀ ਹੋ ਜਾਂਦੀ ਹੈ। ਵਕਾਰ ਮੁਹੰਮਦ ਦੀ ਤਰ੍ਹਾਂ ਬਾਕੀ ਲੋਕ ਵੀ ਆਪਣੀ ਬੁਨਿਆਦੀ ਜ਼ਰੂਰਤਾਂ ਲਈ ਆਪਣੇ ਇਲਾਕੇ 'ਤੇ ਹੀ ਇਨਹਿਸਾਰ ਕਰਦੇ ਨੇ। ਖਾਸ ਕਰ ਸਰਦੀਆਂ ਵਿੱਚ ਖਾਣਾ ਪਕਾਉਣ ਤੇ ਗਰਮ ਰਹਿਣ ਲਈ ਲੱਕੜ ਤੇ ਗੁਜ਼ਾਰਾ ਕਰਨਾ ਪੈਂਦਾ ਹੈ। ਉਹੀ ਦਰਖਤ ਬਚਦੇ ਨੇ ਜਿਹੜੇ ਪਾਰਕ ਦੇ ਅੰਦਰ ਨੇ। ਜੋ ਵੀ ਵੱਢ ਦਿੱਤੇ ਜਾਣ ਤੇ ਫਿਰ ਜੰਗਲ ਦਰਖਤਾਂ ਤੋਂ ਵਿਹਲਾ ਹੋ ਜਾਏਗਾ ਤੇ ਇੱਥੇ ਰਹਿਣ ਵਾਲੇ ਜੰਗਲੀ ਜਾਨਵਰਾਂ ਨੂੰ ਇੱਥੋਂ ਜਾਣਾ ਪਏਗਾ। ਦਰਖਤਾਂ ਦੀ ਕਟਾਈ ਮਾਰਖੌਰ ਦੀ ਜ਼ਿੰਦਗੀ ਤੇ ਅਸਰਅੰਦਾਜ਼ ਨਹੀਂ ਹੁੰਦੀ, ਬਲਕਿ ਭੁੱਖੇ ਮਵੇਸ਼ੀ ਵੀ ਉਹਦੇ ਹਿੱਸੇ ਦਾ ਚਾਰਾ ਖਾ ਜਾਂਦੇ ਨੇ, ਖਾਸ ਤੌਰ ਤੇ ਜਦੋਂ ਗੁੱਜਰ ਆਪਣੇ ਰੇਵੜ ਲੈ ਕੇ ਇਲਾਕਿਆਂ 'ਚ ਆਉਂਦੇ ਨੇ। ਜਦੋਂ ਸਰਦੀਆਂ ਦਾ ਮੌਸਮ ਖਤਮ ਹੋਣ ਵਾਲਾ ਹੁੰਦਾ ਹੈ, ਗੁੱਜਰ ਨੈਸ਼ਨਲ ਪਾਰਕ 'ਚ ਵੜ ਜਾਂਦੇ ਨੇ ਤੇ ਆਪਣੇ ਮਵੇਸ਼ੀਆਂ ਵਾਸਤੇ ਸ਼ਾਹ ਬਲੂਤ ਦੀਆਂ ਹਰੀਆਂ ਸ਼ਾਖਾਂ ਕੱਟ ਲੈਂਦੇ ਨੇ। ਇਹਨਾਂ ਜਾਨਵਰਾਂ ਨੂੰ ਜ਼ਿੰਦਾ ਰੱਖਣਾ ਕੋਈ ਆਸਾਨ ਕੰਮ ਨਹੀਂ ਹੈਗਾ। ਹਾਸ਼ਮ ਦੀਆਂ 60 ਬੱਕਰੀਆਂ ਵਾਸਤੇ ਅੱਛੀ ਖਾਸੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਇਹਦੇ ਘਰ ਦਾ ਦਾਰੋਮਦਾਰ ਇਹਦੇ ਤੇ ਹੀ ਹੈਗਾ। ਉਹਨੂੰ ਅਹਿਸਾਸ ਹੈਗਾ ਕਿ ਇਲਾਕਾ ਮੁਤਾਸਰ ਹੋ ਰਿਹਾ। ਇਹ ਉਹ ਸ਼ਾਹ ਬਲੂਤ ਹੈ ਜਿਹਦੇ ਉੱਤੇ ਮਾਰਖੌਰ ਤੇ ਬਾਕੀ ਜੰਗਲੀ ਹਯਾਤ ਦਾ ਇਨਹਿਸਾਰ ਹੈ। ਅਸੀਂ ਇੱਥੇ 30 ਸਾਲ ਤੋਂ ਆ ਜਾ ਰਹੇ ਹਾਂ। ਅਗਲੇ 1-2 ਸਾਲ ਵਿੱਚ ਇੱਥੇ ਜਾਨਵਰਾਂ ਨੂੰ ਚਰਾਉਣਾ ਔਖਾ ਹੋ ਜਾਏਗਾ। ਜੰਗਲ ਮੁੱਕ ਰਿਹਾ ਹੈ, ਸਾਨੂੰ ਇਹਦੇ ਬਾਅਦ ਕਿਧਰ ਹੋਰ ਜਾਣਾ ਪਏਗਾ। ਗੁੱਜਰ ਤੇ ਕਿਤੇ ਹੋਰ ਵੀ ਚਲੇ ਜਾਣਗੇ, ਲੇਕਿਨ ਮੁਕਾਮੀ ਚਰਵਾਹਿਆਂ ਨੂੰ ਤੇ ਇੱਥੇ ਹੀ ਰਹਿਣਾ ਹੈ। ਇਹਨਾਂ ਵਾਸਤੇ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ। ਨੈਸ਼ਨਲ ਪਾਰਕ ਦੇ ਆਲੇ ਦੁਆਲੇ ਮਵੇਸ਼ੀ ਚਰਾਉਣ ਦੇ ਹੋਰ ਵੀ ਨੁਕਸਾਨਾਤ ਨੇ। ਮਾਰਖੌਰ ਦੀ ਖੁਰਾਕ ਘਟ ਗਈ ਹੈ ਔਰ ਇੱਥੋਂ ਚਲੇ ਗਏ ਨੇ। ਬਰਫਾਨੀ ਚੀਤਾ ਉਹਦੀ ਗੈਰ ਮੌਜੂਦਗੀ ਵਿੱਚ ਮਵੇਸ਼ੀਆਂ ਤੇ ਹਮਲਾ ਕਰਦੇ ਨੇ, ਜਿਹਦੀ ਵਜ੍ਹਾ ਨਾਲ ਮੁਕਾਮੀ ਚਰਵਾਹੇ ਬੜੇ ਪਰੇਸ਼ਾਨ ਨੇ। ਇਹ ਜੰਗਲੀ ਜਾਨਵਰ ਪਿੰਡਾਂ ਚੋਂ ਨਿਕਲ ਆਉਂਦੇ ਨੇ ਔਰ ਮਵੇਸ਼ੀਆਂ ਦੇ ਖੁੱਲੇ ਬਾੜਿਆਂ ਤੇ ਹਮਲਾ ਕਰ ਦਿੰਦੇ ਨੇ। ਰਵਾਇਤੀ ਤੌਰ ਤੇ ਦਿਹਾਤੀ ਖੁੱਲੇ ਬਾੜੇ ਰੱਖਦੇ ਨੇ। ਪੱਥਰਾਂ ਨਾਲ ਬਣੇ ਵਾੜੀਆਂ ਦੀਆਂ ਕੰਧਾਂ ਨੀਵੀਆਂ ਨੇ ਤੇ ਜਦੋਂ ਜੰਗਲੀ ਜਾਨਵਰ ਹਮਲਾ ਕਰਦੇ ਨੇ ਤੇ ਫਿਰ ਸਾਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ। ਸਨੋ ਲੈਪਰਡ ਫਾਊਂਡੇਸ਼ਨ ਨੇ ਬਰਫਾਨੀ ਚੀਤੇ ਤੇ ਡੰਗਰਾਂ ਦੇ ਤਹੱਫੁਜ਼ ਵਾਸਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਬਾੜਿਆਂ ਦੀ ਦੀਵਾਰਾਂ ਉੱਚੀਆਂ ਕਰਨ ਵਾਸਤੇ ਲੋਕਾਂ ਨੂੰ ਪੈਸੇ ਦਿੱਤੇ ਨੇ। ਪੱਥਰ ਨਾਲ ਬਣੀਆਂ ਉੱਚੀਆਂ ਦੀਵਾਰਾਂ ਸ਼ਿਕਾਰੀ ਜਾਨਵਰਾਂ ਤੋਂ ਬਚਾਉਂਦੀਆਂ ਨੇ। ਮਵੇਸ਼ੀਆਂ ਦਾ ਨੁਕਸਾਨ ਬਹੁਤ ਵੱਡੀ ਗੱਲ ਹੈਗੀ ਹੈ, ਲੇਕਿਨ ਸਨੋ ਲੈਪਰਡ ਫਾਊਂਡੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਬਹੁਤ ਘੱਟ ਡੰਗਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣਦੇ ਨੇ। ਜੇ ਹਰ ਪਿੰਡ ਵਿੱਚ 1 ਜਾਂ 2 ਵਾੜੇ ਬਣਾ ਦਿੱਤੇ ਜਾਣ ਤੇ ਫਿਰ ਲੋਕੀ ਵੀ ਖੁਸ਼ ਹੋਣ ਦੇ ਤੇ ਮਾਲ ਡੰਗਰ ਵੀ ਬਚੇ ਰਹਿਣ ਦੇ। ਇਸ ਸਰਵੇ ਤੋਂ ਸਾਨੂੰ ਇਹ ਗੱਲ ਪਤਾ ਚੱਲੀ ਹੈ ਕਿ 60% ਮੌਤ ਜਿਹੜੀ ਹੈ ਬਿਮਾਰੀ ਤੇ ਨਾਕਸ ਖੁਰਾਕ ਦੀ ਵਜ੍ਹਾ ਨਾਲ ਹੀ ਹੈ। ਇਸ ਸਰਵੇ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਦੀ ਵਜ੍ਹਾ ਤੋਂ ਮਰਨ ਵਾਲੇ ਮਾਲ ਡੰਗਰ ਭੇੜੀਏ ਜਾਂ ਚੀਤਿਆਂ ਦੇ ਹੱਥੋਂ ਮਰਨ ਵਾਲਿਆਂ ਤੋਂ ਬਹੁਤ ਵੱਧ ਨਹੀਂ। भेड़िया या चीते वगैरह से मरते हैं। ਫਾਊਂਡੇਸ਼ਨ ਪੈਸੇ ਦੇਣ ਦੇ ਨਾਲ ਚਰਵਾਹਿਆਂ ਨੂੰ ਇਹ ਗੱਲ ਵੀ ਦੱਸਦੀ ਹੈ ਕਿ ਵੈਕਸੀਨ ਬਿਮਾਰੀਆਂ ਤੋਂ ਬਚਾਉਂਦੀ ਹੈ। ਗੱਲਾਬਾਨ ਪਹਿਲੇ ਹੀ ਮੁਨਾਸਿਬ ਤੇ ਸਿਹਤਮੰਦ ਜਾਨਵਰਾਂ ਦਾ ਬੜਾ ਅੱਛਾ ਮੁਆਵਜ਼ਾ ਲੈ ਰਹੇ ਨੇ। ਪਹਿਲੇ ਵਕਤਾਂ ਵਿੱਚ ਚਰਵਾਏ ਡੰਗਰਾਂ ਨੂੰ ਵੈਕਸੀਨ ਨਹੀਂ ਕਰਵਾਉਂਦੇ ਸਨ, ਪਰ ਹੁਣ ਇਹ ਰੀਤ ਵੱਧ ਗਈ ਹੈ।
ਗੱਲਾਬਾਨ ਪਹਿਲੇ ਹੀ ਮੁਨਾਸਿਬ ਤੇ ਸਿਹਤਮੰਦ ਜਾਨਵਰਾਂ ਦਾ ਬੜਾ ਅੱਛਾ ਮੁਆਵਜ਼ਾ ਲੈ ਰਹੇ ਨੇ। लोगों के जो दूध ਹੁਣ ਚਰਵਾਏ ਆਪਣੇ ਡੰਗਰਾਂ ਤੋਂ ਵੱਧ ਮਿਕਦਾਰ ਵਿੱਚ ਦੁੱਧ ਲੈਂਦੇ ਨੇ। ਡੰਗਰ ਹੁਣ ਪਲੇ ਹੋਏ ਨੇ, ਇਹਨਾਂ ਦੀ ਪੈਦਾਵਾਰ ਵੀ ਵੱਧ ਗਈ ਏ ਤੇ ਗੋਸ਼ਤ ਵੀ ਚੰਗਾ ਹੋ ਗਿਆ ਏ, ਜਿਹਦੀ ਵਜ੍ਹਾ ਤੋਂ ਲੋਕਾਂ ਨੂੰ ਬੜਾ ਮਾਲੀ ਫਾਇਦਾ ਹੋ ਰਿਹਾ ਏ। ਮਾਲੂਮਾਤ ਵਿੱਚ ਇਜ਼ਾਫਾ ਹੋਣ ਨਾਲ ਤੇ ਸਾਦਾ ਇਕਦਾਮ ਕਰਕੇ ਚਰਵਾਹਿਆਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬੜੀ ਬਿਹਤਰੀ ਆਈ ਹੈ। ਹੁਣ ਕੋਈ ਇਹਨੇ ਡੰਗਰ ਨਹੀਂ ਮਾਰਦਾ, ਬਿਮਾਰੀਆਂ ਵੀ ਨਹੀਂ ਫੈਲ ਰਹੀਆਂ ਤੇ ਵਾੜੀਆਂ ਦੀ ਵਜ੍ਹਾ ਤੋਂ ਮਾਲ ਡੰਗਰ ਜੰਗਲੀ ਜਾਨਵਰਾਂ ਤੋਂ ਬਚ ਰਹੇ हमारे ਨੇ। माल मवेशियाँ महफूज हो चुके हैं। ਚਰਵਾਹਿਆਂ ਦਾ ਬੜਾ ਫਾਇਦਾ ਇਹਦੇ ਵਿੱਚ ਹੈਗਾ ਹੈ ਕਿ ਉਹਨਾਂ ਦੇ ਜਾਨਵਰ ਸਿਹਤਮੰਦ ਹੋਣ, ਕਿਉਂਕਿ ਥੋੜੇ ਮਗਰ ਸਿਹਤਮੰਦ ਜਾਨਵਰ ਵੀ ਅੱਛੀ ਆਮਦਨੀ ਦੇ ਸਕਦੇ ਨੇ। ਛੋਟੇ ਰੇਵੜ ਦੀ ਵਜ੍ਹਾ ਨਾਲ ਚਰਾਗਾਵਾਂ ਵੀ ਮੁਤਾਸਰ ਨਹੀਂ ਹੁੰਦੀਆਂ ਤੇ ਉਹਨਾਂ ਦੀ ਵਜ੍ਹਾ ਨਾਲ ਮੁਸਤਕਬਲ ਦੇ ਵਿੱਚ ਜੰਗਲੀ ਹਯਾਤ 'ਚ ਵੀ ਬਿਹਤਰੀ ਆਏਗੀ। ਇਸ ਤਰੀਕੇ ਨਾਲ ਚਰਾਗਾਵਾਂ ਫਿਰ ਤੋਂ ਸਰਸਬਜ਼ ਹੋਣਗੀਆਂ, ਦਰਖਤਾਂ ਤੇ ਝਾੜੀਆਂ ਨੂੰ ਫਿਰ ਫੁੱਲਣ ਦਾ ਮੌਕਾ ਮਿਲੇਗਾ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਨੈਸ਼ਨਲ ਪਾਰਕ ਦੀ ਬਿਹਤਰੀ ਉਹਦੇ ਆਲੇ ਦੁਆਲੇ ਵਸਣ ਵਾਲੇ ਲੋਕਾਂ ਦੀ ਬਿਹਤਰੀ ਨਾਲ ਲੱਗੀ ਹੋਈ ਹੈ। ਕੁਝ ਮੁਕਾਮੀ ਲੋਕਾਂ ਨੂੰ ਹੁਣੇ ਤੋਂ ਫਾਇਦੇ ਦਾ ਅੰਦਾਜ਼ਾ ਹੋ ਰਿਹਾ ਹੈ। बहुत फख्र है कि मैं इस नेशनल पार्क के ਮੈਨੂੰ ਇਸ ਗੱਲ ਤੇ ਚਾਹ ਹੈ ਕਿ ਮੇਰਾ ਪਿੰਡ ਨੈਸ਼ਨਲ ਪਾਰਕ ਦੇ ਨਾਲ ਹੈ ਤੇ ਇਸ ਤਰ੍ਹਾਂ ਮੇਰਾ ਵੀ ਨੈਸ਼ਨਲ ਪਾਰਕ ਦੇ ਨਾਲ ਤਾਲੁਕ ਰਹਿੰਦਾ ਹੈ। ਅਸਰਾਰ ਨੈਸ਼ਨਲ ਪਾਰਕ ਦੇ ਨੇੜੇ ਰਹਿਣ ਦਾ ਫਾਇਦਾ ਜਾਣਦਾ ਹੈ ਔਰ ਉਹਨਾਂ 10 ਮੁਕਾਮੀ ਚੌਕੀਦਾਰਾਂ ਚੋਂ ਇੱਕ ਹੈਗਾ ਜਿਹੜੇ 2004 ਤੋਂ ਪਾਰਕ ਨੂੰ ਮਹਿਫੂਜ਼ ਕਰਨ ਵਾਸਤੇ ਮਦਦ ਕਰ ਰਹੇ ਨੇ। हम सुबह बहुत सवेरे उठते हैं। ਅਸੀਂ ਹਰ ਰੋਜ਼ ਸਵੇਰੇ ਉੱਠ ਕੇ ਪਾਰਕ ਦੀ ਹਿਫਾਜ਼ਤ ਲਈ ਉਹਦਾ ਚੱਕਰ ਲਾਉਂਦੇ ਹਾਂ ਤੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਕੋਈ ਵੀ ਲੱਕੜ ਤੇ ਨਹੀਂ ਵੱਢ ਰਿਹਾ ਤੇ ਦਵਾਈਆਂ ਲਈ ਇਸਤੇਮਾਲ ਹੋਣ ਵਾਲੀ ਬੂਟੀਆਂ ਜੰਗਲੀ ਜਾਨਵਰਾਂ ਖਾਸ ਕਰ ਮਾਰਖੋਰ ਦਾ ਕੋਈ ਨੁਕਸਾਨ ਤੇ ਨਹੀਂ ਕਰ ਰਿਹਾ। ਜਦੋਂ ਦਾ ਮੈਂ ਵਾਈਲਡ ਲਾਈਫ ਡਿਪਾਰਟਮੈਂਟ ਵਿੱਚ ਨੌਕਰੀ ਕਰ ਰਿਹਾ ਉਦੋਂ ਦਾ ਹੀ ਮੇਰੇ ਦਿਨ ਫਿਰ ਗਏ ਤੇ ਮੈਨੂੰ ਹਰ ਮਹੀਨੇ ਜਿਹੜੀ ਤਨਖਾਹ ਮਿਲਦੀ ਹੈ ਉਹ ਮੇਰੇ ਤੇ ਮੇਰੇ ਬੱਚਿਆਂ ਲਈ ਬਹੁਤ ਹੈ। उस सैलरी से मैं अपना और अपने बच्चों का बेहतरीन परवरिश कर सकता हूँ। ਇਸ ਤੋਂ ਇਲਾਵਾ ਕੁਝ ਹੋਰ ਐਸੇ ਤਰੀਕੇ ਵੀ ਨੇ ਜਿਹਦੇ ਨਾਲ ਮੁਕਾਮੀ ਲੋਕਾਂ ਨੂੰ ਸ਼ਾਮਿਲ ਕਰਕੇ ਇਲਾਕੇ ਦੇ ਮਾਹੌਲ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਕੁਝ ਖਰੀਦਦਾਰ ਦਰਖਤ ਖਰੀਦ ਕੇ ਆਪਣੇ ਬਾਗਾਤ ਨੂੰ ਖੂਬਸੂਰਤ ਕਰ ਰਹੇ ਨੇ, ਲੇਕਿਨ ਇਹ ਬਾਤ ਬੜੀ ਜ਼ਰੂਰੀ ਹੈ ਕਿ ਪਹਾੜੀ ਇਲਾਕਿਆਂ 'ਚ ਜ਼ਿਆਦਾ ਦਰਖਤ ਲਾਉਣ ਦੀ ਲੋੜ ਹੈਗੀ ਹੈ ਕਿਉਂਕਿ ਉੱਥੇ ਦਰਖਤਾਂ ਦੀ ਕਟਾਈ ਜ਼ਿਆਦਾ ਹੋਈ ਹੈ ਜਿਹਦੀ ਵਜ੍ਹਾ ਨਾਲ ਚਰਾਗਾਹਾਂ ਘਟ ਗਈਆਂ ਨੇ। ਅਕਬਰ ਅਲੀ ਇਸ ਗੱਲ ਨੂੰ ਬੜੇ ਅੱਛੇ ਤਰੀਕੇ ਨਾਲ ਜਾਣਦੇ ਨੇ। ਅਸਾਂ ਤਾਰੀਖੀ ਸਰਮਾਇਆ ਰੋੜ ਦਿੱਤਾ ਹੈ। ਇਹੀ ਸਾਡਾ ਫਰਜ਼ ਹੈ ਕਿ ਵੱਧ ਤੋਂ ਵੱਧ ਬੂਟੇ ਲਾਈਏ, ਇਹਨੂੰ ਇਹਦੇ ਨਾਲ ਭਰ ਦਈਏ। ਜੇ ਇਸ ਤਰ੍ਹਾਂ ਨਹੀਂ ਕਰਾਂਗੇ ਤੇ ਇਸ ਮਾਮਲੇ ਨੂੰ ਇੰਝ ਹੀ ਛੱਡ ਦੇਵਾਂਗੇ ਤੇ ਫਿਰ ਹਾੜ ਤੇ ਦੂਜੀਆਂ ਆਫਤਾਂ ਸਾਡੇ ਉੱਤੇ ਆਉਣਗੀਆਂ। ਚੰਦ ਬਰਸਾਂ ਵਿੱਚ ਲੈਂਡ ਸਲਾਈਡਿੰਗ ਤੇ ਸਲਾਬ ਦਾ ਬਹੁਤ ਇਜ਼ਾਫਾ ਹੋਇਆ ਹੈ। ਸਿਰਫ ਦਰਖਤ ਦੀ ਜ਼ਮੀਨ ਨੂੰ ਮਜ਼ਬੂਤ ਤੇ ਤੇਜ਼ ਬਾਰਿਸ਼ਾਂ ਤੋਂ ਬਚਾ ਸਕਦੇ ਨੇ ਔਰ ਜ਼ਮੀਨੀ ਕਟਾਓ ਤੋਂ ਮਹਿਫੂਜ਼ ਰੱਖ ਸਕਦੇ ਨੇ। ਇੱਥੇ ਦੀ ਮਿੱਟੀ ਦਰਿਆਵਾਂ ਵਿੱਚ ਬਹਿ ਕੇ ਜ਼ਾਇਆ ਨਾ ਹੋਏ ਤੇ ਇੱਥੇ ਵੀ ਬੜੀਆਂ ਅੱਛੀਆਂ ਫਸਲਾਂ ਹੋ ਸਕਦੀਆਂ। ਪਹਾੜੀ ਤੇ ਉਹਦੇ ਇਰਦ ਗਿਰਦ ਇਲਾਕਿਆਂ 'ਚ ਨਵੇਂ ਦਰਖਤ ਲਗਾਉਣ ਨਾਲ ਰੋਜ਼ਗਾਰ ਕਮਾਉਣ ਦੇ ਵੀ ਕਈ ਰਾਸਤੇ ਖੁੱਲ ਜਾਂਦੇ ਨੇ। ਜਦੋਂ ਇਹ ਦਰਖਤ ਵੱਡੇ ਹੋਣਗੇ ਤੇ ਇਹ ਅੱਗ ਜਲਾਉਣ ਵਾਸਤੇ ਔਰ ਬਾੜੇ ਵਾਸਤੇ ਲੱਕੜੀਆਂ ਵੀ ਪੈਦਾ ਕਰਨਗੇ, ਲੇਕਿਨ ਮੁਖਤਲਿਫ ਫਲਾਂ ਦੇ ਬਾਗਾਤ ਔਰ ਮਾਲ ਮਵੇਸ਼ੀ ਲਈ ਚਾਰਾ ਵੀ ਫਰਾਹਮ ਕਰਨਗੇ। ਮੁਕਾਮੀ ਬੂਟਿਆਂ 'ਚ ਕੁਝ ਇਸ ਤਰ੍ਹਾਂ ਦੇ ਬੂਟੇ ਨੇ ਜੋ ਬੜੇ ਸ਼ਫਾ ਬਖਸ਼ ਨੇ। ਮਿਸਾਲ ਦੇ ਤੌਰ ਤੇ ਆਰਟੀਮੀਜ਼ੀਆ ਨਾਮੀ ਇੱਕ ਪੌਦਾ ਜਿਹੜਾ ਜਰਾਸੀਮ ਨੂੰ ਮਾਰਦਾ ਹੈ। ਇਹਨਾਂ ਬੂਟਿਆਂ ਨੂੰ ਲਾ ਕੇ ਲੋਕੀ ਜ਼ਿਆਦਾ ਆਮਦਨੀ ਕਮਾ ਸਕਦੇ ਨੇ। ਇਹ ਵੱਡੇ ਸਿੰਗ ਵਾਲੇ ਮਾਰਖੌਰ ਦੀ ਟ੍ਰਾਫਿਕ ਹੰਟਿੰਗ ਦੀ ਫੀਸ ਨਾਲ ਲੱਖਾਂ ਡਾਲਰ ਹਾਸਲ ਕੀਤੇ ਜਾਂਦੇ ਨੇ, ਲੇਕਿਨ ਜ਼ਰੂਰੀ ਹੈ ਕਿ ਇਸ ਕੰਮ ਦੀ ਨਿਗਰਾਨੀ ਕੀਤੀ ਜਾਏ ਤਾਂ ਕਿ ਇਲਾਕੇ ਦੇ तमाम ਲੋਕਾਂ ਨੂੰ ਇੱਕ ਜੈਸਾ ਹੀ ਮਾਲੀ ਫਾਇਦਾ ਹੋਏ। ਇਹਨਾਂ ਚੀਜ਼ਾਂ ਦੇ ਹੋਣ ਵਾਸਤੇ ਆਗਾਹੀ ਦੀ ਬੜੀ ਲੋੜ ਹੈ ਤਾਂ ਕਿ ਲੋਕ ਸਮਝ ਸਕਣ ਕਿ ਮਾਰਖੌਰ ਦੀ ਆਬਾਦੀ ਔਰ ਇਲਾਕੇ ਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੈ। ਇਹਨਾਂ ਚੀਜ਼ਾਂ ਨੂੰ ਹੋਣ ਲਈ ਆਗਾਹੀ ਦੀ ਬੜੀ ਜ਼ਰੂਰਤ ਹੈ ਤਾਂ ਕਿ ਲੋਕ ਸਮਝ ਸਕਣ ਕਿ ਮਾਰਖੌਰ ਦੀ ਆਬਾਦੀ ਔਰ ਇਲਾਕੇ ਦਾ ਖਿਆਲ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ। ਇਹਦੇ 'ਚ ਸਾਡਾ ਹੀ ਫਾਇਦਾ ਹੈ। ਜੇ ਲੋਕਾਂ ਨੂੰ ਸਮਝਾਇਆ ਜਾਏ ਤੇ ਫਿਰ ਉਹ ਖੁਦ ਆਪਣੇ ਇਲਾਕੇ ਦਾ ਧਿਆਨ ਰੱਖਣਗੇ, ਕਿਉਂਕਿ ਜੇ ਉਹਨਾਂ ਨੂੰ ਪਤਾ ਹੋਵੇਗਾ
ਕਿ ਇਹਦੇ ਵਿੱਚ ਉਹਨਾਂ ਦਾ ਆਪਣਾ ਫਾਇਦਾ ਹੈ। ਅਕਬਰ ਅਲੀ ਨੂੰ ਇਸ ਗੱਲ ਦਾ ਯਕੀਨ ਹੈਗਾ ਕਿ ਪਾਰਕ ਔਰ ਇਹਦੇ ਆਲੇ ਦੁਆਲੇ ਇਲਾਕੇ ਦੀ ਬਿਹਤਰ ਹਿਫਾਜ਼ਤ ਸਿਰਫ ਮੁਕਾਮੀ ਲੋਕ ਹੀ ਕਰ ਸਕਦੇ ਨੇ। ਇਸ ਕੰਮ ਨੂੰ ਨਵੀਂ ਨਸਲ ਤੋਂ ਚੰਗਾ ਹੋਰ ਕਿਹੜਾ ਕਰ ਸਕਦਾ ਹੈ। ਬਾਹਰੋਂ ਕੋਈ ਵੀ ਇੱਥੇ ਧਿਆਨ ਰੱਖਣ ਲਈ ਨਹੀਂ ਆਏਗਾ। ਸਾਨੂੰ ਇੱਥੇ ਹੀ ਰਹਿਣਾ ਹੈ ਤੇ ਇੱਥੇ ਹੀ ਮਰਨਾ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਦਾ ਧਿਆਨ ਰੱਖੀਏ। ਸੂਬੇ ਦੇ ਚੀਫ ਕੰਜ਼ਰਵੇਟਰ ਸਫਦਰ ਅਲੀ ਸ਼ਾਹ ਦਾ ਵੀ ਇਹੀ ਕਹਿਣਾ ਹੈ ਕਿ ਨੌਜਵਾਨ ਨਸਲ ਹੀ ਇਸ ਦੂਰ ਦਰਾਜ਼ ਔਰ ਵੱਡੇ ਇਲਾਕੇ ਦੇ ਮੁਸਤਕਬਲ ਦੀ ਹਿਫਾਜ਼ਤ ਕਰ ਸਕਦੀ। ਅਸਾਂ ਸਕੂਲਾਂ ਵਿੱਚ ਪੜ੍ਹਾਈ ਲਿਖਾਈ ਤੇ ਅਗਾਈ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਹਦੇ ਜ਼ਰੀਏ ਅਸੀਂ 9ਵੀਂ ਜਮਾਤ ਦੇ ਬੱਚਿਆਂ ਨੂੰ ਸਬਕ ਦੇ ਰਹੇ ਹਾਂ ਕਿ ਆਉਣ ਵਾਲੇ ਵੇਲੇ ਵਿੱਚ ਤੁਸੀਂ ਇਹ ਪਾਲਿਸੀਆਂ ਬਣਾਉਣੀਆਂ ਨੇ ਤੇ ਸਿਆਸਤਦਾਨ ਬਣਨਾ ਹੈ। ਇਸ ਮੁਲਕ ਦੇ ਫੈਸਲੇ ਕਰਨ ਦਾ ਇਖਤਿਆਰ ਵੀ ਤੁਹਾਡੇ ਕੋਲ ਹੋਏਗਾ। ਇਸ ਲਈ ਨੌਜਵਾਨਾਂ ਲਈ ਸਾਡਾ ਪੈਗਾਮ ਹੈ ਕਿ ਉਹ ਸਾਡਾ ਹੱਥ ਵਡਾਉਣ ਤੇ ਸਾਡੇ ਹੱਥ ਪੈਰ ਕੰਨ ਤੇ ਅੱਖਾਂ ਬਣਨ। ਚਤਰਾਲ ਗੋਲ ਦੀ ਹਮੇਸ਼ਾ ਲਈ ਹਿਫਾਜ਼ਤ ਨਾਲ ਨੌਜਵਾਨ ਦੇ ਰਹਿਣ ਸਹਿਣ ਵਿੱਚ ਬਿਹਤਰੀ ਲਿਆਈ ਜਾ ਸਕਦੀ ਹੈ। ਅਸੀਂ ਇਹ ਕੰਮ ਅੱਗੇ ਨਵੀਂ ਨਸਲ ਨੂੰ ਦੇ ਰਹੇ ਹਾਂ ਤਾਂ ਕਿ ਉਹ ਵੀ ਇਸ ਤੋਂ ਫਾਇਦਾ ਉਠਾਉਣ। ਜੇ ਉਹ ਵੀ ਇਸ ਤੋਂ ਫਾਇਦਾ ਉਠਾਉਣ ਤੇ ਇਸ ਤੋਂ ਵੱਧ ਕੇ ਸਾਡੇ ਲਈ ਹੋਰ ਕਿਹੜੀ ਖੁਸ਼ੀ ਹੋ ਸਕਦੀ ਹੈ। क्या बात हो सकती है। ਇਹ ਬੜਾ ਜ਼ਰੂਰੀ ਹੈ ਕਿ ਉੱਥੇ ਰਹਿਣ ਵਾਲੇ ਲੋਕ ਇਸ ਚੈਲੰਜ ਨੂੰ ਮੰਨ ਲੈਣ, ਕਿਉਂ ਜੇ ਬਹੁਤ ਵੱਡੇ ਤੇ ਖਤਰਨਾਕ ਪਹਾੜੀ ਇਲਾਕੇ ਦੀ ਹਮੇਸ਼ਾ ਲਈ ਹਿਫਾਜ਼ਤ ਕਰਨਾ ਕੋਈ ਸੌਖਾ ਕੰਮ ਨਹੀਂ। ਹਰ ਰੋਜ਼ ਤੇ ਹਰ ਮੌਸਮ ਵਿੱਚ ਅਮਲੇ ਦੇ ਕੁਝ ਲੋਕ ਮੀਲਾਂ ਪੈਦਲ ਸਫ਼ਰ ਕਰਕੇ ਪਾਰਕ ਦੇ ਜਾਨਵਰਾਂ ਤੇ ਪੌਦਿਆਂ ਦੇ ਮਹਿਫੂਜ਼ ਹੋਣ ਦਾ ਖਿਆਲ ਰੱਖਦੇ ਨੇ। ਇਹਨਾਂ ਨਿਗਰਾਨਾਂ ਤੇ ਪਹਿਰੇਦਾਰਾਂ ਵਾਸਤੇ ਬਹੁਤ ਸਾਰੇ ਵਸਾਇਲ ਤੇ ਹੋਰ ਆਲਾਤ ਦੀ ਜ਼ਰੂਰਤ ਹੈ। ਚਤਰਾਲ ਦੀ ਗਹਿਰੀ ਵਾਦੀਆਂ 'ਚ ਮੋਬਾਈਲ ਫੋਨ ਦੇ ਸਿਗਨਲ ਆਸਾਨੀ ਨਾਲ ਨਹੀਂ ਆਉਂਦੇ। ਪਾਰਕ ਦੀ ਹਿਫਾਜ਼ਤ ਕਰਨ ਵਾਲੇ ਜ਼ਰੂਰੀ ਹੈ ਕਿ ਅਗਰ ਕੋਈ ਮਸਲਾ ਹੋ ਜਾਏ ਤਾਂ ਉਹ ਫੌਰੀ ਤੌਰ ਤੇ ਹਰਕਤ 'ਚ ਆਉਣ। ਉਹਨਾਂ ਦਾ ਇਹ ਕੰਮ ਖਤਰਨਾਕ ਵੀ ਹੋ ਸਕਦਾ ਹੈ। ਮਹਿਕਮਾ ਜੰਗਲੀ ਹਯਾਤ ਦੇ ਕੋਲ ਵਸਾਇਲ ਬੜੇ ਘੱਟ ਨੇ, ਲੇਕਿਨ ਇਹਦੇ ਬਾਵਜੂਦ ਪਾਰਕ ਰਹਿਣ ਵਾਲੇ ਮਾਰਖੌਰ ਔਰ ਦੂਸਰੇ ਜਾਨਵਰਾਂ ਦਾ ਹਿਸਾਬ ਰੱਖਣਾ ਪੈਂਦਾ ਹੈ। ਮਹਿਕਮਾ ਜੰਗਲੀ ਹਯਾਤ ਦਾ ਅਮਲਾ ਮੁਕਾਮੀ ਨਿਗਰਾਨ ਤੇ ਪਹਿਰੇਦਾਰਾਂ ਨਾਲ ਮਿਲ ਕੇ ਖਾਸ ਜਗ੍ਹਾ ਤੇ ਬਹਿੰਦੇ ਨੇ ਜਿੱਥੋਂ ਜਾਨਵਰ ਦੂਰ ਤੱਕ ਨਜ਼ਰ ਆਉਂਦੇ ਨੇ। हम साल में 2 दफ़ा ਅਸੀਂ ਸਾਲ ਵਿੱਚ 2 ਵਾਰੀ ਜੰਗਲੀ ਜਾਨਵਰਾਂ ਤੇ ਬੂਟਿਆਂ ਦਾ ਸਰਵੇ ਕਰਦੇ ਹਾਂ। ਇਹਦੇ ਵਿੱਚ ਪਕੇਰੋ, ਦਰਿੰਦੇ ਤੇ ਦੂਜੇ ਜਾਨਵਰ ਸ਼ਾਮਿਲ ਨੇ। ਅਸੀਂ ਜੁਲਾਈ ਦੇ ਮਹੀਨੇ ਵਿੱਚ ਖਾਸ ਕਰ ਮਾਰਖੋਰਾ ਦਾ ਸਰਵੇ ਕਰਦੇ ਹਾਂ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਇਸ ਅਰਸੇ ਵਿੱਚ ਉਹਨਾਂ ਨੇ ਕਿੰਨੇ ਨਵੇਂ ਬੱਚੇ ਜੰਮੇ ਨੇ। ਇਹਨਾਂ ਜਾਇਜ਼ਿਆਂ ਦੀ ਵਜ੍ਹਾ ਨਾਲ ਸਾਡੇ ਸਾਹਮਣੇ ਪਾਰਕ ਦੀ ਜੰਗਲੀ ਮਖਲੂਕ ਦੇ ਬਾਰੇ 'ਚ ਬੜਾ ਠੀਕ ਠਾਕ ਪਤਾ ਚੱਲਦਾ ਰਿਹਾ ਹੈ। ਇਹਨਾਂ तमाम ਮੁਸ਼ਕਲਾਂ ਦੇ ਬਾਵਜੂਦ ਅਸਰਾਰ ਜੈਸੇ ਮੁਕਾਮੀ ਚੌਕੀਦਾਰਾਂ ਦਾ ਸ਼ੁਕਰੀਆ, ਜਿਹਦੇ ਨਾਲ 2000 'ਚ ਮਾਰਖੌਰ ਦੀ ਆਬਾਦੀ 600 ਸੀ, ਜਿਹੜੀ 2015 'ਚ ਵੱਧ ਕੇ 1400 ਹੋ ਗਈ। ਅਸਾਂ ਉੱਥੇ ਰਹਿਣ ਵਾਲੇ ਪਹਿਰੇਦਾਰਾਂ ਨੂੰ ਵੀ ਨਾਲ ਰੱਖਿਆ ਹੋਇਆ ਹੈ। ਇਹਦੀ ਵਜ੍ਹਾ ਤੋਂ ਸਾਡਾ ਹਮਲਾ ਵੀ ਵੱਧ ਗਿਆ ਹੈ। ਧਿਆਨ ਰੱਖਣ ਵਿੱਚ ਵੀ ਵਾਧਾ ਹੋਇਆ ਹੈ। ਇਹਦੀ ਵਜ੍ਹਾ ਤੋਂ ਚਤਰਾਲ ਗੋਲ ਪਾਰਕ ਵਿੱਚ ਮਾਰਖੌਰ ਵੱਧ ਗਏ ਨੇ। ਜੰਗਲੀ ਹਯਾਤ ਦੀ ਆਬਾਦੀ 'ਚ ਇਜ਼ਾਫੇ ਦੀ ਵਜ੍ਹਾ ਨਾਲ ਪਾਰਕ ਸਿਆਵਾਂ ਦੀ ਤਾਦਾਦ 'ਚ ਵੀ ਇਜ਼ਾਫਾ ਕੀਤਾ ਜਾ ਸਕਦਾ ਹੈ। when we come from the city ਜਦੋਂ ਅਸੀਂ ਸ਼ਹਿਰੋਂ ਆਉਂਦੇ ਹਾਂ ਸਾਨੂੰ ਕੁਝ ਵੱਖਰਾ ਵੱਖਰਾ ਲੱਗਦਾ ਹੈ। ਅਸੀਂ ਤਾਜ਼ਾ ਹਵਾ ਵਿੱਚ ਸਾਹ ਲੈਣ ਨਹੀਂ ਆਏ। ਪਹਿਲਾਂ ਮੈਂ ਇਸ ਪਾਰਕ ਦੇ ਬਾਰੇ ਬਹੁਤਾ ਕੁਝ ਨਹੀਂ ਜਾਣਦੀ ਸਾਂ, ਪਰ ਹੁਣ ਮੈਂ ਇੱਥੇ ਆਈ ਹੋਈ ਹਾਂ। ਇੱਥੇ ਦਰਖਤ ਤੇ ਪਹਾੜ ਮੇਰੇ ਸਾਹਮਣੇ ਨੇ। ਮੈਂ ਬੜੀ ਖੁਸ਼ ਹਾਂ। ਇਹ ਸਾਰਾ ਨਜ਼ਾਰਾ ਬੜਾ ਚੰਗਾ ਤੇ ਸੋਹਣਾ ਲੱਗਦਾ ਹੈ। ਇੱਥੇ ਆਣਾ ਇੰਜ ਹੈ ਜਿਵੇਂ ਤੁਸੀਂ ਜੰਨਤ ਵਿੱਚ ਖਲੋਤੇ ਹੋ। ਤੁਹਾਨੂੰ ਇੱਥੇ ਆਰਾਮ ਲੱਭਦਾ ਹੈ ਤੇ ਇੰਜ ਲੱਗਦਾ ਹੈ ਕਿ ਤੁਸੀਂ ਕਿਸੇ ਵੱਖਰੇ ਦੇਸ਼ ਵਿੱਚ ਰਹਿੰਦੇ ਹੋ। out of the world
ਚਤਰਾਲ ਗੋਲ ਚੂੰਕਿ ਬਹੁਤ ਦੂਰ ਦਰਾਜ਼ ਹੈਗਾ, ਲਿਹਾਜ਼ਾ ਇੱਥੇ ਪਹੁੰਚਣਾ ਬੜਾ ਮੁਸ਼ਕਿਲ ਹੈਗਾ। ਇੱਥੇ ਇਸਤੇਮਾਲ ਦੀ ਜ਼ਰੂਰੀ ਅਸ਼ੀਆ ਗੱਡੀਆਂ ਪਹਾੜੀ ਦर्रे ਔਰ ਮੁਸ਼ਕਿਲ ਰਸਤਿਆਂ ਵਿੱਚ ਹੋ ਕੇ ਪਹੁੰਚਦੀਆਂ ਨੇ। ਲੇਕਿਨ ਇੱਕ ਵੱਡੀ ਤਬਦੀਲੀ ਜਲਦੀ ਆਉਣ ਵਾਲੀ ਹੈ। ਇੱਥੇ ਪਹਾੜਾਂ ਨੂੰ ਕੱਟ ਕੇ ਇੱਕ ਸੁਰੰਗ ਬਣਾਈ ਜਾ ਰਹੀ ਹੈ। ਇਸ ਸੁਰੰਗ ਦੀ ਤਾਮੀਰ ਨਾਲ ਇੱਥੇ ਪਹੁੰਚਣਾ ਬੜਾ ਆਸਾਨ ਹੋ ਜਾਏਗਾ, ਜਿਹਦੀ ਵਜ੍ਹਾ ਨਾਲ ਸਿਆਵਾਂ ਦੀ ਤਾਦਾਦ 'ਚ ਬਹੁਤ ਇਜ਼ਾਫਾ ਹੋ ਜਾਏਗਾ। ਇਸ ਵੇਲੇ ਜਦੋਂ ਲਵਾਰੀ ਟਨਲ ਬਣਨ ਵਾਲੀ ਹੈ, ਇੱਥੇ ਬਹੁਤ ਹੋਰ ਲੋਕ ਆਉਣਗੇ ਕਿਉਂਕਿ ਇੱਥੇ ਦਾ ਮੌਸਮ ਬੜਾ ਹੀ ਚੰਗਾ ਹੈ ਤੇ ਸਭ ਤੋਂ ਵੱਧ ਇਹ ਗੱਲ ਹੈ ਕਿ ਇੱਥੇ ਦੇ ਲੋਕ ਪ੍ਰਾਹੁਣਿਆਂ ਦਾ ਬੜਾ ਚਾਅ ਕਰਦੇ ਨੇ। ਚਤਰਾਲ ਗੋਲ ਨੈਸ਼ਨਲ ਪਾਰਕ ਦੇ ਖੂਬਸੂਰਤ ਨਜ਼ਾਰਿਆਂ ਤੋਂ ਲੁਤਫਅੰਦੋਜ਼ ਹੋਣ ਲਈ ਇੱਥੇ ਸਯਾਹ ਮੁਸਲਸਲ ਆ ਰਹੇ ਨੇ। ਇਹਨਾਂ ਦੀ ਆਉਣ ਦੀ ਵਜ੍ਹਾ ਨਾਲ ਇੱਥੇ ਦੀ ਆਮਦਨੀ ਵਿੱਚ ਇਜ਼ਾਫਾ ਹੋਏਗਾ। ਇੱਥੇ ਬਾਕਾਇਦਾ ਇੰਤਜ਼ਾਮ ਨਾ ਹੋਣ ਦੀ ਵਜ੍ਹਾ ਨਾਲ ਕੁਝ ਮਸਲੇ ਵੀ ਪੈਦਾ ਹੁੰਦੇ ਨੇ, ਮਸਲਨ ਕੈਂਪ 'ਚ ਅੱਗ ਜਲਾਉਣ ਲਈ ਦਰਖਤਾਂ ਦੀ ਕਟਾਈ ਔਰ ਕੂੜਾ ਕਿਰਕਟ ਵਗੈਰਾ। असां एक बड़ी सोहनी थां दी सैर कीती है। हर शै निखरी निखरी लगदी है, पर उस वेले दुख होंदा है जदों साडे जे लोग गंद खिलार के टुर जांदे ने। ते एह बड़ी अफसोस वाली गल है ते इस तरह नहीं होना चाहिए। ਇਹ तमाम ਸਿਆਹਾਂ ਦੀ ਜ਼ਿੰਮੇਵਾਰੀ ਹੈਗੀ ਹੈ ਜਦੋਂ ਇੱਥੋਂ ਵਾਪਸ ਜਾਣ ਤੇ ਆਪਣਾ ਕੂੜਾ ਕਿਰਕਟ ਸਾਫ਼ ਕਰਕੇ ਜਾਣ। ਅਸੀਂ ਇੱਥੇ ਸੈਰ ਲਈ ਆਉਣ ਵਾਲੇ ਲੋਕਾਂ ਲਈ ਅਸੂਲ ਬਣਾ ਰਹੇ ਹਾਂ ਕਿ ਪਾਰਕ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਪਾਰਕ ਦੇ ਬਾਰੇ ਕਿਹੜੀ ਸ਼ਰਤਾਂ ਦਾ ਪਤਾ ਹੋਣਾ ਜ਼ਰੂਰੀ ਹੈ। ਕਿਹੜੀ ਸ਼ੈ ਨਾਲ ਲਿਆ ਸਕਦੇ ਨੇ ਜਾਂ ਇੱਥੇ ਕੀ ਕਰ ਸਕਦੇ ਨੇ ਤੇ ਕੀ ਨਹੀਂ ਕਰ ਸਕਦੇ। ਪਰ ਘੱਟ ਤੋਂ ਘੱਟ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਚੰਗਾ ਦੌਰ ਸ਼ੁਰੂ ਹੋ ਚੁੱਕਿਆ ਹੈ। ਸਾਡੀ ਕਾਮਯਾਬੀ ਦਾ ਸਬੂਤ ਇਹ ਹੀ ਹੈ ਕਿ ਉਹ ਥਾਵਾਂ ਜਿੱਥੇ ਕਦੀ ਇਹਨਾਂ ਜਾਨਵਰਾਂ ਦੀਆਂ ਸਿਰਫ ਨਿਸ਼ਾਨੀਆਂ ਰਹਿ ਗਈਆਂ ਸਨ, ਉੱਥੇ ਹੁਣ ਹਰ ਪਾਸੇ ਇਹੀ ਜਾਨਵਰ ਚਲਦੇ ਫਿਰਦੇ ਵੇਖਣੇ ਆ। ਚਤਰਾਲ ਗੋਲ ਨੈਸ਼ਨਲ ਪਾਰਕ ਦੀ ਕਾਮਯਾਬੀ ਦੀ ਇੱਕ ਸ਼ਾਨਦਾਰ ਕਹਾਣੀ ਤੇ ਇਲਾਕੇ ਦੇ ਚੰਗੇ ਮੁਸਤਕਬਲ ਦੀ ਨਿਸ਼ਾਨੀ ਹੈ। ਚਤਰਾਲ ਗੋਲ ਅੱਖਾਂ ਖੋਲ੍ਹਣ ਵਾਲੀ ਕਾਮਯਾਬੀ ਹੈ ਤੇ ਦਾ ਚੰਗਾ ਪਹਿਲੂ ਇਹ ਵੇ ਕਿ ਘੱਟ ਵਸੀਲੇ ਤੇ ਖਤਰਨਾਕ ਰਸਤਿਆਂ ਦੇ ਬਾਵਜੂਦ ਅਮਲਾ ਜ਼ਬਰਦਸਤ ਕੰਮ ਕਰ ਰਿਹਾ ਹੈ, ਜਿਹਦੀ ਵਜ੍ਹਾ ਤੋਂ ਪਾਰਕ ਵਿੱਚ ਜੰਗਲੀ ਜਾਨਵਰਾਂ ਦਾ ਬੜਾ ਇਜ਼ਾਫਾ ਹੋਇਆ ਹੈ। ਇੱਥੇ ਬੜੀਆਂ ਚੰਗੀਆਂ ਗੱਲਾਂ ਸਿੱਖੀਆਂ ਗਈਆਂ ਨੇ, ਖਾਸ ਕਰਕੇ ਇੱਥੇ ਦੇ ਰਹਿਣ ਵਾਲੇ ਲੋਕਾਂ ਦੀ ਜੰਗਲੀ ਜਾਨਵਰਾਂ ਨਾਲ ਮੁਹੱਬਤ ਤੇ ਤਾਲੁਕ। ਇਸ ਤਜਰਬੇ ਨੂੰ ਕਿਧਰੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਨਈ ਨਸਲਾਂ ਨੂੰ ਵੀ ਇਹ ਚੰਗਾ ਕੰਮ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ ਜੇ ਉਹ ਜਾਣ ਲੈਣ ਕਿ ਉਹ ਕਿੰਨੇ ਅਹਿਮ ਨੇ ਤੇ ਇਲਾਕੇ ਦੀ ਦੇਖਭਾਲ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਬਿਹਤਰੀ ਆ ਸਕਦੀ ਹੈ। ਤੇ ਇਹ ਜਜ਼ਬਾ ਨਾ ਸਿਰਫ ਉਹਨਾਂ ਲਈ ਬਲਕਿ ਚਤਰਾਲ ਗੋਲ ਦੇ ਮਾਰਖੌਰ ਲਈ ਵੀ ਇੱਕ ਚੰਗੇ ਮੁਸਤਕਬਲ ਦੀ ਜ਼ਮਾਨਤ ਹੈ।